ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਤੇ ਪਵਿੱਤਰ ਹਜ਼ੂਰੀ 'ਚ ਬਹੁਤ ਲੰਬੇ ਸਮੇਂ ਤੋਂ ਗੁਰਬਾਣੀ ਦਾ ਮਹਾਂਪੁਰਖਾਂ ਦੇ ਮੁਖਾਰਬਿੰਦ 'ਚੋਂ ਪਵਿੱਤਰ ਪ੍ਰਵਚਨਾਂ ਦਾ ਆਨੰਦ ਮਾਣ ਰਹੇ ਸੀ, ਕਿਉਂਕਿ ਸਤਿਪੁਰਖ ਗੁਰਬਾਣੀ ਨੂੰ ਹਿਰਦੇ 'ਚ ਵਸਾਉਂਦੇ ਆ। ਗੁਰਬਾਣੀ ਰੂਪੀ ਮੋਤੀ ਚੁਗਦੇ ਐ ਔਰ ਹੰਸ ਦੇ ਵਾਂਗ ਲਾਲ ਉਗਲਦੇ। ਮੋਤੀਆਂ ਤੋਂ ਵੱਡਾ ਲਾਲ ਹੋਇਆ ਕਰਦਾ ਹੈ। ਮਹਾਂਪੁਰਖ ਜਿਹੜਾ ਸਿਮਰਨ ਕਰਦੇ ਆ, ਨਿਤਨੇਮ ਕਰਦੇ ਆ, ਜਦੋਂ ਉਹ ਬੋਲਦੇ ਆ, ਜਿਉਂ ਬੋਲਣ ਤੇ ਮੈਂ ਸੁਹਨ ਉਹਨਾਂ ਦੇ ਮੁਖਾਰਬਿੰਦ 'ਚੋਂ ਨਿਕਲੇ ਬਚਨ ਦਾਸ ਦਾ ਮਨ ਤਾਂ ਨਹੀਂ ਸੀ ਕਰਦਾ, ਪਰ ਸਮੇਂ ਦੀ ਪਾਬੰਦੀ ਹੈ। ਸਮੇਂ ਦੇ ਹਿਸਾਬ ਨਾਲ, ਕਿਉਂਕਿ ਸੰਗਤਾਂ ਬਹੁਤ ਲੰਬੇ ਸਮੇਂ ਤੋਂ ਬੈਠੇ ਹੋ, ਆਪ ਜੀ ਕਈ ਰੋਜ਼ ਤੋਂ ਹਰ ਰੋਜ਼ ਕਿਰਪਾ ਕਰਦੇ ਹੋ। ਮੇਰੇ ਬਹੁਤ ਹੀ ਸਨਮਾਨਯੋਗ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਨਾਨਕਸਰ ਕਲੇਰਾਂ ਵਾਲੇ, ਧੰਨ ਧੰਨ ਸ੍ਰੀ ਹਜ਼ੂਰ ਬਾਬਾ ਮੀਆਂ ਸਿੰਘ ਜੀ ਮਹਾਰਾਜ ਸਿਆੜ ਸਾਹਿਬ ਵਾਲੇ, ਕਿਉਂਕਿ ਗੁਰਸਿੱਖੀ ਨੂੰ ਜੋੜਨ ਵਾਸਤੇ, ਗੁਰਸਿੱਖੀ ਦੀਆਂ ਬਾਤਾਂ ਸੁਣਾਉਣ ਵਾਸਤੇ ਉੱਤਮ ਸਖੀ ਦੀ ਲੋੜ ਹੈ, ਜਿਹੜੀ ਦੱਸ ਸਕੇ ਵੀ ਗੁਰੂ ਕੀ ਹੈ। ਔਰ ਜਿਹੜਾ ਸਾਡਾ ਪਰਿਵਾਰ ਸੀ, ਸਾਰੇ ਭਲੀ ਭਾਤ ਜਾਣਦੇ ਹੋ, ਗੁਰਸਿੱਖਾਂ ਤੋਂ ਕੋਹਾਂ ਦੂਰ ਸੀ ਗੁਰਸਿੱਖੀ ਤੋਂ। ਇਹ ਧੰਨ ਧੰਨ ਸ੍ਰੀ ਹਜ਼ੂਰ ਬਾਬਾ ਜੀ ਸਿਆੜ ਸਾਹਿਬ ਵਾਲਿਆਂ ਦੀ ਅਪਾਰ ਬਖਸ਼ੀਸ਼ ਹੋਈ ਹੈ। ਉਹਨਾਂ ਦੀ ਦ੍ਰਿਸ਼ਟੀ, ਉਹਨਾਂ ਦੇ ਪ੍ਰਵਚਨ ਮੇਰੇ ਯਾਦ ਆ। ਉਹ ਦਿਨ ਸਾਡੇ ਪਿਤਾ ਜੀ ਨੂੰ ਸਾਹ ਦੀ ਬਿਮਾਰੀ ਸੀ, ਮੈਂ 2 ਮਿੰਟ ਹੀ ਲਾਉਣਿਆ। ਉਹਨਾਂ ਨੂੰ ਬੇਨਤੀ ਕਰੀ, ਉਦੋਂ ਮੈਂ ਠਾਠ ਕਾਲਿਆਂ ਦੇ ਵਿੱਚ ਸੇਵਾ ਕਰਦਾ ਸੀ, ਬਈ ਤੁਸੀਂ ਅੰਮ੍ਰਿਤ ਛਕ ਲਓ। ਅੰਮ੍ਰਿਤ ਛਕਣ ਦੇ ਨਾਲ ਤੁਹਾਡੇ ਦੁੱਖ ਦੂਰ ਹੋ ਜਾਣਗੇ। ਬੜੀਆਂ ਦਵਾਈਆਂ ਲਈਆਂ ਸੀ, ਸਾਰੇ ਪਰਿਵਾਰ ਨੂੰ ਇਸ ਗੱਲ ਦਾ ਪਤਾ, ਭਾਣ ਦਾ ਬੇਟਾ ਸਾਡਾ ਪਤਾ ਸਾਰੀ ਗੱਲ ਦਾ। ਬਹੁਤ ਲੰਬਾ ਸਮਾਂ ਸਾਹ ਦੀ ਬਿਮਾਰੀ ਚੱਲੀ, ਕੋਈ ਇਲਾਜ ਨਹੀਂ ਸੀ ਹੋਇਆ। ਮੇਰੇ ਹਜ਼ੂਰ ਧੰਨ ਧੰਨ ਸ੍ਰੀ ਹਜ਼ੂਰ ਬਾਬਾ ਜੀ ਸਿਆੜ ਸਾਹਿਬ ਵਾਲੇ ਢੈਪੀ ਠਾਠ ਦੇ ਵਿੱਚ ਅੰਮ੍ਰਿਤ ਦਾ ਬਾਟਾ ਤਿਆਰ ਹੋਇਆ 1992 ਦੇ ਵਿੱਚ। ਪਿਤਾ ਜੀ ਨੂੰ ਮੈਂ ਆਖਿਆ, ਉਹਨਾਂ ਨੇ ਕਹਿੰਦੇ ਵੀ ਜੇ ਨਾ ਹਟਿਆ ਸਾਹ, ਵੀ ਤੂੰ ਕਹਿੰਦਾ ਅੰਮ੍ਰਿਤ ਛਕਣਾ ਹਟੂ। ਮੈਨੂੰ ਵਿਸ਼ਵਾਸ ਸੀ ਗੁਰੂ ਸੀ ਤੇ, ਵਿਸ਼ਵਾਸ ਸੀ ਬਾਬਾ ਜੀ ਦੇ ਵਚਨਾਂ ਤੇ। ਅੰਮ੍ਰਿਤ ਪਾਨ ਕੀਤਾ, ਮੁੜ ਕੇ ਕਦੇ ਵੀ ਸਾਹ ਨਹੀਂ ਉਹਨਾਂ ਨੂੰ ਹੋਇਆ। ਭਾਵ ਜਿਹੜਾ ਦਮੇ ਦੀ ਬਿਮਾਰੀ ਕਹਿ ਦਈਏ ਆਪਾਂ, ਇੱਥੋਂ ਤੱਕ ਵੀ ਕਈ ਵਾਰ ਉਹ ਲੱਸੀ ਵੀ ਰਾਤ ਨੂੰ ਜਾਣ ਕੇ ਛਕ ਲੈਣੀ, ਦਹੀਂ ਵੀ ਖਾ ਲੈਣਾ, ਪਰ ਨਹੀਂ, ਕਿਉਂਕਿ ਅੰਮ੍ਰਿਤ ਦੇ ਵਿੱਚ ਸ਼ਕਤੀ ਹੈ। ਜੇ ਆਪਾਂ ਉਹਨੂੰ, ਮੇਰਾ ਕਹਿਣ ਦਾ ਭਾਵ ਕੀ ਹੈ, ਵਿਸ਼ਵਾਸ ਕਿੱਥੋਂ ਬਣਿਆ? ਵਿਸ਼ਵਾਸ ਧੰਨ ਧੰਨ ਸ੍ਰੀ ਹਜ਼ੂਰ ਬਾਬਾ ਜੀ ਸਿਆੜ ਸਾਹਿਬ ਵਾਲਿਆਂ ਦੇ ਪਵਿੱਤਰ ਮੁਖਾਰਬਿੰਦ ਚੋਂ ਨਿਕਲੇ ਹੋਏ ਬਚਨਾਂ ਨਾਲ ਬਣਿਆ। ਬਹੁਤ ਪ੍ਰਚਾਰਕ ਪ੍ਰਚਾਰ ਕਰਦੇ ਆ, ਨਹੀਂ ਵਿਸ਼ਵਾਸ ਬਣਦਾ, ਕਾਰਨ ਕਿਉਂਕਿ ਉਹਨਾਂ ਦੇ ਅੰਦਰ ਵਿਸ਼ਵਾਸ ਨਹੀਂ ਹੋਇਆ ਕਰਦਾ। ਔਰ ਆਪਾਂ ਸਾਰੇ ਭਾਗਾਂ ਵਾਲਿਆਂ ਕਿ ਕਈ ਰੋਜ਼ ਤੋਂ ਹਜ਼ੂਰ ਕਿਰਪਾ ਕਰ ਰਿਹਾ। ਕੱਲ ਧੰਨ ਧੰਨ ਸ੍ਰੀ ਹਜ਼ੂਰ ਬਾਬਾ ਜੀ ਸਿਆੜ ਸਾਹਿਬ ਵਾਲਿਆਂ ਦੇ ਸੁਪੁੱਤਰ ਧੰਨ ਧੰਨ ਬਾਬਾ ਹਰਚੰਦ ਸਿੰਘ ਜੀ ਵੀ ਇੱਥੇ ਆ ਕੇ ਗਏ। ਬਹਿੰਗਮਾਂ ਦੇ ਵਿੱਚੋਂ ਧੰਨ ਧੰਨ ਸ੍ਰੀ ਹਜ਼ੂਰ ਬਾਬਾ ਜੀ ਸਿਆੜ ਸਾਹਿਬ ਵਾਲਿਆਂ ਦੇ ਥਾਪੇ ਗਏ ਮੁੱਖ ਗ੍ਰੰਥੀ ਬਾਬਾ ਗੁਰਚਰਨਜੀਤ ਸਿੰਘ ਜੀ ਰੰਗਰਤੀ ਰੂਹ, ਜਿਨ੍ਹਾਂ ਦਾ ਨਾਮ ਲੈ ਕੇ ਹੀ ਮਨ ਖੁਸ਼ ਹੋ ਜਾਂਦਾ ਹੈ, ਉਹ ਵੀ ਆ ਕੇ ਗਏ। ਔਰ ਵਿਸ਼ੇਸ਼ ਗੱਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਤੋਂ ਬਰੋਸਾਏ ਹੋਏ ਬਾਬਾ ਬਿਧੀ ਚੰਦ ਦੀ ਅੰਸ਼-ਵੰਸ਼ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ, ਉਹ ਵੀ ਇੱਥੇ ਚਰਨ ਪਾ ਕੇ ਗਏ। ਔਰ ਜਿਸ ਸਥਾਨ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ 3 ਸਾਲ ਤੋਂ ਉੱਪਰ ਰਹੇ ਡਰੋਲੀ ਭਾਈ ਕੀ, ਜੋ ਉਸ ਸਥਾਨ ਦੀ ਸੇਵਾ ਕਰਵਾ ਰਹੇ ਹਨ, ਸ਼੍ਰੀਮਾਨ ਸੰਤ ਬਾਬਾ ਗੁਰਨਾਮ ਸਿੰਘ ਜੀ ਡਾਕਟਰ ਸਾਹਿਬ, ਉਹ ਵੀ ਰਾਤ ਸੰਗਤਾਂ ਨੂੰ 1 ਘੰਟਾ ਕਥਾ ਨਾਲ ਨਿਹਾਲ ਕਰਕੇ ਗਏ। ਔਰ ਸਭ ਤੋਂ ਵਿਸ਼ੇਸ਼ ਅਤਿ ਸਤਿਕਾਰਯੋਗ ਧੰਨ ਧੰਨ ਸ੍ਰੀ ਹਜ਼ੂਰ ਗੁਰਦੇਵ ਭਗਤ ਰਵਿਦਾਸ ਜੀ ਮਹਾਰਾਜ ਜੀਆਂ, ਜਿਨ੍ਹਾਂ ਦੇ ਪ੍ਰੇਮ ਵਸ ਹੋ ਕੇ ਬਾਬਾ ਧੰਨਾ ਜੀ ਮਹਾਰਾਜ, ਉਹਨਾਂ ਦੇ ਮਾਤਾ ਦੇਵਾ ਜੀ, ਉਹਨਾਂ ਦੇ ਪ੍ਰੇਮ ਵਸ ਹੋ ਕੇ ਮਹਾਂਪੁਰਖਾਂ ਤੋਂ ਆਪ ਜੀ ਨੇ ਇਤਿਹਾਸ ਸੁਣਿਆ। ਉੱਥੇ 4 ਸਾਲ ਤੋਂ
ਉੱਪਰ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਰਹੇ, ਉਹਨਾਂ ਦੀ ਅੰਸ਼ ਵੰਸ਼ ਆਪਣੇ ਵਿੱਚ ਸੰਸੋਭਿਤ ਨੇ ਬਾਬਾ ਜੀ। ਤੇ ਆਪਾਂ ਇਦੋਂ ਵੱਡੇ ਭਾਗ ਕਿਹਦੇ ਹੋ ਸਕਦੇ ਹੈ? ਔਰ ਨਿਭਾਗੇ ਉਹ ਨੇ ਜਿਹੜਾ ਇੰਨਾ ਕੁਛ ਸੁਣ ਕੇ ਕੱਲ ਦੀ ਲੌਸਮੈਂਟ ਹੋ ਰਹੀ ਹੈ ਵੀ ਜਿਹੜਾ ਇੰਨਾ ਕੁਛ ਸੁਣ ਕੇ ਵੀ ਇਹ ਪਵਿੱਤਰ ਰੂਹਾਂ ਦੇ ਦਰਸ਼ਨ ਕਰਨ ਨਹੀਂ ਆਉਂਦੇ, ਉਹਨਾਂ ਨੂੰ ਵੀ ਮਹਾਰਾਜ ਸਮਤ ਬਖਸ਼ਣ। ਸੋ ਆਓ ਸਤਿਗੁਰੂ ਜੀ ਕਿਰਪਾ ਕਰਨ। ਸ੍ਰੀ ਹਜ਼ੂਰ ਬਾਬਾ ਜੀ ਸਿਆੜ ਸਾਹਿਬ ਵਾਲੇ, ਉਹਨਾਂ ਦਾ ਅੱਜ ਆਪਾਂ ਕਿਉਂ ਯਾਦ ਕਰ ਰਹੇ ਹਾਂ? ਕਿਉਂਕਿ ਉਹਨਾਂ ਨੇ ਹੁਕਮ ਮੰਨਿਆ। ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਤੁਸੀਂ ਗ੍ਰਸਤੀ ਹੋ, ਮਹੀਨੇ 'ਚ ਇੱਕ ਵਾਰ ਪੂਰਨਮਾਸੀ ਤੇ ਹਾਜ਼ਰੀ ਲਾਇਆ ਕਰੋ, ਬਾਕੀ ਆ ਨਕਸ਼ਾ ਤਿਆਰ ਕਰ ਲਓ, ਗੁਰੂ ਨਾਨਕ ਨੂੰ ਪ੍ਰਤੱਖ ਸਮਝ ਕੇ ਕੀਰਤਨ ਸੁਣਾਇਆ ਕਰੋ, ਨਿਰਇਛਕ ਹੋਵੇਗਾ, ਅਸੀਂ ਸੁਣਾਂਗੇ। ਬਾਬਾ ਜੀ ਕਰਦੇ ਰਹੇ। ਭਾਈ ਸਾਹਿਬ ਭਾਈ ਰਜਿੰਦਰ ਸਿੰਘ ਰਾਜੂ ਜੀ ਬੈਠੇ ਆ, ਡਾਕਟਰ ਗੁਰਦੀਪ ਸਿੰਘ ਜੀ ਬੈਠੇ, ਜਿਹੜੇ ਬਾਬੇ ਦੇ ਪੁਰਾਣੇ ਸੰਗੀ ਚਾਚਾ ਪ੍ਰੀਤਮ ਸਿੰਘ ਹੁਣ ਬਹੁਤ ਬੈਠੇ ਆ ਇੱਥੇ। ਉਹਨਾਂ ਨੂੰ ਪਤਾ ਵੀ ਜਦੋਂ ਬਾਹਰ ਵੀ ਜਾਂਦੇ ਸੀ ਗੱਡੀ ਦੇ ਵਿੱਚ ਬਹਿ ਕੇ ਵੀ ਉਸ ਵਕਤ ਜਦੋਂ ਸੋਦਰ ਦਾ ਟਾਈਮ ਹੁੰਦਾ ਸੀ, ਚਾਹੇ ਬੱਸ ਵਿੱਚ ਹੁੰਦੇ ਸੀ, ਸੋਦਰ ਲਾਉਂਦੇ ਸੀ। ਇੰਨਾ ਉਹਨਾਂ ਦਾ ਕੀਰਤਨ ਦਾ ਪਰਪੱਕਤਾ ਸੀ। ਪਹਿਲਾ ਉਹ ਵਚਨ ਸਾਂਭਿਆ। ਦੂਜਾ ਜਿਹੜਾ ਉਹਨਾਂ ਨੇ ਕਿਹਾ ਸੀ ਵੀ ਤੂੰ ਇੱਕ ਵਾਰ ਮਹੀਨੇ 'ਚ ਆਇਆ ਕਰ, ਮਹੀਨੇ ਬਾਅਦ ਪੂਰਨਮਾਸੀ ਤੇ ਜਾਣਾ। ਪ੍ਰੀਖਿਆ ਪਾ ਦਿੱਤੀ, ਕਹਿੰਦੇ ਦਿੱਲੀ ਦੀ ਪੂਰਨਮਾਸੀ ਆ, ਸਾਈਕਲ ਤੇ ਗਏ। ਦੇਹਰਾਦੂਨ ਦੀ ਪੂਰਨਮਾਸੀ ਆ, ਸਾਈਕਲ ਤੇ। ਝੰਗ ਸਿਆਲ ਪਾਕਿਸਤਾਨ ਦੇ ਵਿੱਚ ਆ, ਸਾਈਕਲ ਤੇ ਜਾਣਾ ਪੂਰਨਮਾਸੀ ਤੇ। ਇੱਕ ਪਾਠ ਸ੍ਰੀ ਜਪਜੀ ਸਾਹਿਬ ਦਾ 1 ਕਿਲੋਮੀਟਰ ਦੇ ਵਿੱਚ ਕਰ ਦਿੰਦੇ ਸੀ। ਹਜ਼ੂਰ ਦੇ ਮੁਖ ਦੇ ਵਚਨ ਆ ਇਹ। ਦਿੱਲੀ 300 ਕਿਲੋਮੀਟਰ ਹੈ। ਫਿਰ ਉਸ ਤੋਂ ਬਾਅਦ ਝੰਗ ਸਿਆਲ, ਫਿਰ ਜਿੱਥੇ ਮਹਾਂਪੁਰਖਾਂ ਬਾਬਾ ਆਨੰਦ ਸਿੰਘ ਮਹਾਰਾਜ ਨੇ ਤਪੱਸਿਆ ਕਰੀ ਹੈ ਕੁਫਰੀ, ਉੱਥੇ ਨਗਰੋਟੇ ਭਾਵ ਦੂਰ ਦੂਰ ਪੂਰਨਮਾਸੀਆਂ ਤੇ ਜਾ ਕੇ ਹਾਜ਼ਰੀ ਭਰਨੀ, ਇਹਨੂੰ ਕਹਿੰਦੇ ਆ ਹੁਕਮ। ਹੁਕਮ ਦੇ ਵਿੱਚ ਸਾਰਾ ਕੁਝ ਹੈ। ਅੱਜ ਉਹਨਾਂ ਦੀ ਯਾਦ ਐਵੇਂ ਨਹੀਂ ਮਨਾਈ ਜਾਂਦੀ। ਇਸੇ ਲਈ ਜਿਹੜਾ ਆਪਾਂ ਨੂੰ ਕਲਗੀਧਰ ਪਾਤਸ਼ਾਹ ਦਾ ਹੁਕਮ ਹੈ ਕਿ ਖੰਡੇ ਬਾਟੇ ਦੀ ਪਹੁਲ ਗੁਰੂ ਮਾਨਿਓ ਗ੍ਰੰਥ, ਉਸ ਅਨੁਸਾਰ ਚੱਲਾਂਗੇ ਤਾਂ ਲੋਕ ਸੁਖੇ ਪਰਲੋਕ ਸਹੇਲੇ ਹੋ ਜਾਣਗੇ। ਸਮਾਂ ਬਹੁਤ ਜ਼ਿਆਦਾ ਹੋ ਗਿਆ, ਆਪਾਂ ਅੱਗੇ ਸਮਾਪਤੀ ਕਰ ਦਿੰਦੇ ਹਾਂ 1 ਵਜੇ ਤਕਰੀਬਨ। ਅੱਜ ਸਤਿਪੁਰਖ ਬਹੁਤ ਪਿਆਰ ਵਾਲੀ ਰੂਹ, ਪਵਿੱਤਰ ਰੂਹ ਆਈ ਹੋਈ ਸੀ। ਦਾਸ ਦਾ ਕੁਝ ਮਜਬੂਰੀਆਂ ਨੇ 11 ਤੋਂ 1 ਨਹੀਂ ਮਿਲ ਸਕਿਆ, ਇਹਨਾਂ ਨੂੰ ਮਾਫੀ ਚਾਹੁੰਦਾ ਹਾਂ। ਸੋ ਆਪਦੇ ਨਿਤਨੇਮ ਤੋਂ ਉਥਾਨ ਹੋ ਕੇ 1 ਵਜੇ ਆਪ ਜੀ ਦੇ ਚਰਨਾਂ 'ਚ ਦਾਸ ਆਇਆ ਹੈ। ਸੋ ਆਓ ਆਨੰਦ ਸਾਹਿਬ ਦਾ ਜਾਪ ਕਰਕੇ ਸਮੇਂ ਦੀ ਸਮਾਪਤੀ ਕਰੀਏ। ਇੱਕ ਧਾਰਨਾ ਸਾਰੇ ਪਿਆਰ ਦੇ ਨਾਲ ਪੜ੍ਹੀਏ ਭਾਈ। ਜਿਨ੍ਹਾਂ ਕੀਤੀ ਹੈ ਕਮਾਈ ਤੇਰੇ ਨਾਮ ਦੀ, ਉਹਨਾਂ ਨੂੰ ਸਾਰਾ ਜਗ ਪੂਜਦਾ। ਜਿਨ੍ਹਾਂ ਕੀਤੀ ਹੈ ਕਮਾਈ ਤੇਰੇ ਨਾਮ ਦੀ, ਉਹਨਾਂ ਨੂੰ ਸਾਰਾ ਜਗ ਪੂਜਦਾ। ਜਿਨ੍ਹਾਂ ਕੀਤੀ ਹੈ ਕਮਾਈ ਤੇਰੇ ਨਾਮ ਦੀ, ਕਮਾਈ ਤੇਰੇ ਨਾਮ ਦੀ, ਉਹਨਾਂ ਨੂੰ ਸਾਰਾ ਜਗ ਪੂਜਦਾ। ਜਿਨ੍ਹਾਂ ਕੀਤੀ ਹੈ ਕਮਾਈ ਤੇਰੇ ਨਾਮ ਦੀ, ਉਹਨਾਂ ਨੂੰ ਸਾਰਾ ਜਗ ਪੂਜਦਾ। ਉਹਨਾਂ ਨੂੰ ਸਾਰਾ ਜੀ ਜਗ ਪੂਜਦਾ, ਉਹਨਾਂ ਨੂੰ ਸਾਰਾ ਜੀ
ਜਗ ਪੂਜਦਾ। जिन्ना कीती है कमाई तेरे नाम दी, जिन्ना कीती है कमाई तेरे नाम दी। ਉਹਨਾਂ ਦੀ ਪੂਜਾ ਹੋਣੀ ਹੈ, ਕੋਈ ਮਰਜ਼ੀ ਨਿੰਦਿਆ ਕਰੀ ਜਾਵੇ, ਕਿਉਂਕਿ ਬਹੁਤ ਐਸੇ ਲੋਕ ਪੈਦਾ ਹੋ ਚੁੱਕੇ ਨੇ ਸਮਾਜ ਦੇ ਵਿੱਚ ਜਿਹੜੇ ਕਹਿੰਦੇ ਸੰਤ ਕੋਈ ਹੁੰਦਾ ਹੀ ਨਹੀਂ, ਪਰ ਉਨਕੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ। ਸੋ ਆਓ ਛੋਟੀ ਜਿਹੀ ਗੱਲ ਯਾਦ ਆ ਗਈ, ਬਾਬਾ ਜੀ ਜਦੋਂ ਗ੍ਰੰਥੀ ਸਾਹਿਬਾਨ ਆਏ ਨਾ, ਬਾਬਾ ਗੁਰਚਰਨ ਸਿੰਘ, ਇੱਥੇ ਮੂਲ ਮੰਤਰ ਰੱਖਿਆ ਸੀ ਰਾਜਾ ਸਾਹਿਬ। ਦੇਖੋ ਸਾਰਿਆਂ ਨੇ ਪ੍ਰੂਫ ਚੈੱਕ ਕੀਤਾ, ਧਨੰਤਰਾਂ ਨੇ ਵੱਡਿਆਂ ਨੇ। ਉਹ ਮੈਨੂੰ ਇੱਥੇ ਕੋਲੇ ਬੈਠੇ ਸੀ, ਮੈਨੂੰ ਕਹਿੰਦੇ ਮੂਲ ਮੰਤਰ ਅਧੂਰਾ। ਮੈਂ ਕਿਹਾ ਜੀ ਸਤ ਵਚਨ ਮਨ 'ਚ ਮੇਰੇ ਸੰਕ ਹੋਏ ਵੀ ਪੂਰਾ ਤਾਂ ਹੈਗਾ, ਨਾਨਕ ਹੋਸੀ ਵੀ ਸੱਚ ਤੱਕ। ਜਦੋਂ ਜਾ ਕੇ ਦੇਖਿਆ ਤਾਂ ਉਹ ਇੱਕ ਓਂਕਾਰ ਦਾ ਨਾ ਉਹ ਉੱਪਰਲਾ ਭਾਗ ਖੁੱਲਾ ਵਾ, ਉਹ ਹੈ ਨਹੀਂ ਸੀ। ਦੇਖੋ ਜਿੱਥੇ ਆਪਣੀ ਸੋਚ ਖਤਮ ਹੁੰਦੀ ਆ, ਸਤਿਪੁਰਖਾਂ ਦੀ ਸ਼ੁਰੂ ਹੁੰਦੀ ਹੈ। ਫਿਰ ਉਹਨਾਂ ਨੇ ਮੈਨੂੰ ਹੁਕਮ ਕੀਤਾ, ਕਹਿੰਦੇ 5 ਫੁੱਟ ਦਾ ਨਾ ਜਿਵੇਂ ਪੌੜੀ ਆ ਜਿਹੜਾ ਬਣਾਇਆ ਉਹਨਾਂ ਦਾ ਹੁਕਮ ਨਾਲ ਬਣਿਆ ਬਈ ਇੰਨਾ ਬਣਾ ਕੇ। ਕਹਿਣ ਦਾ ਮੇਰਾ ਭਾਵ ਕੀ ਆ ਵੀ ਆਪਾਂ ਉਹ ਗੱਲਾਂ ਨੂੰ ਨਹੀਂ ਕਰ ਸਕਦੇ ਜਿਹੜੀਆਂ ਗੱਲਾਂ ਉਹਨਾਂ ਦੇ ਦਿਮਾਗ 'ਚ ਹੁੰਦੀਆਂ, ਆਪਣੀ ਸੋਚ ਨਹੀਂ ਹੁੰਦੀ। ਇਸੇ ਲਈ ਮੈਂ ਬਹੁਤ ਧੰਨਵਾਦ ਕਰਦਾ। ਇੱਕ ਹੋਰ ਵਿਸ਼ੇਸ਼ ਬੇਨਤੀ ਆ, ਮਹਾਂਪੁਰਖਾਂ ਨੇ ਕਿਰਪਾ ਕਰੀ ਆ ਆਪਣੇ ਨਗਰ ਡਾਂਗੋਂ ਤੇ, ਆਪਣੇ ਨਗਰ ਡਾਂਗੋ ਵੱਲੋਂ ਇੱਥੋਂ ਭਾਵ ਨਾਨਕਸਰ ਦਰਬਾਰ ਠਾਠ ਡਾਂਗੋ ਦੀ ਜਿੰਨੀ ਸੰਗਤ ਇੱਥੇ ਆਉਂਦੀ ਹੈ, ਜਿੰਨੇ ਪ੍ਰਬੰਧਕ ਸੇਵਾਦਾਰ ਆ, ਸਾਰਿਆਂ ਦੀ ਵੱਲੋਂ ਗੁਰਦੁਆਰਾ ਖੁਰਾਲਗੜ੍ਹ ਸਾਹਿਬ, ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣਿਆ ਸ਼ੁੱਕਰਵਾਰ, ਸ਼ਨੀਵਾਰ, ਐਤਵਾਰ, ਜਿਹੜਾ ਇਦੋਂ ਗਾਹਾਂ ਵਾਲਾ ਮੇਰੇ ਹਿਸਾਬ ਨਾਲ 9, 10, 11 ਤੇ ਸਾਡੀ ਵਿਚਾਰ ਆ ਮਹਾਂਪੁਰਖਾਂ ਤੋਂ ਉਦੋਂ ਸਮਾਂ ਲਿਆ ਸੀ ਵੀ ਸਾਨੂੰ ਵੀ ਇੱਕ ਸਮਾਂ ਦਿਓ। ਸੋ ਸਾਰੀ ਸੰਗਤ ਦੇ ਜਿਨ੍ਹਾਂ ਨੇ ਜਾਣਾ ਹੋਵੇ 9, 10, 11 ਨੂੰ ਉੱਥੇ ਭੋਗ ਪੈਣੇ ਆ। ਆਪਾਂ 10 ਨੂੰ ਹੀ, ਅਸੀਂ ਤਾਂ 9 ਨੂੰ ਵੀ ਜਾਵਾਂਗੇ, ਮਹਾਰਾਜ ਕਿਰਪਾ ਕਰਨ। ਸੰਗਤ ਜੇ 10 ਨੂੰ ਕੋਈ ਜਾਣਾ ਚਾਹੁੰਦਾ ਰਾਤ ਦਾ ਉੱਥੇ ਰਵਾਂਗੇ, ਕੋਈ ਗੱਲ ਨਹੀਂ ਮਹਾਰਾਜ, ਰਾਤ ਉੱਥੇ ਰਹਾਂਗੇ ਤੇ ਤੜਕਿਓਂ ਫਿਰ ਆਪਾਂ ਭੋਗ ਤੋਂ ਬਾਅਦ ਚਾਲੇ ਪਾਵਾਂਗੇ। ਉੱਥੇ ਸੰਗਤਾਂ ਸੇਵਾ ਨਿਭਾਓ ਵੱਧ ਤੋਂ ਵੱਧ, ਕਿਉਂਕਿ ਸਥਾਨ ਹੈ ਜਿੱਥੇ ਇੰਨਾ ਸਾਹਿਬ ਚੈਰ ਮਹਾਰਾਜ ਰਹੇ ਨੇ। ਸੋ ਆਪਾਂ ਨੂੰ ਪੂਜਣਯੋਗ ਸਥਾਨ ਹੈ। ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਵੱਧ ਤੋਂ ਵੱਧ ਆਪਾਂ ਉਸ ਨਹੀਂ ਕੋਈ ਨਹੀਂ ਮੈਂ ਕਰਦਾ ਹਾਂਜੀ, ਜਿਵੇਂ ਹੋਇਆ ਆਪ ਜੀ ਨਾਲ ਵਿਚਾਰ ਦੱਸਿਆ ਜਾਊਗਾ ਫੋਨ ਤੇ ਸੰਗਤਾਂ ਜਿਵੇਂ ਇੱਥੇ ਨਾਂ ਲਿਖਾਉਣਗੀਆਂ, ਜਿਹਨੇ ਜਾਣਾ ਹੋਵੇ ਨਾਂ ਲਿਖਾ ਸਕਦਾ। ਉਸ ਹਿਸਾਬ ਨਾਲ ਬਾਬਾ ਜੀ ਆਪ ਜੀ ਦਾ ਆਸ਼ੀਰਵਾਦ ਆ। ਇੱਥੇ ਕਈ ਗੁਰਮੁਖ ਪਿਆਰੇ ਬੱਸਾਂ ਦੇ ਮਾਲਕ ਵੀ ਆਉਂਦੇ ਆ, ਚਲੋ ਉਹਨਾਂ ਦੀ ਸੇਵਾ ਲੱਗ ਜੂ, ਸੇਵਾ ਉਹਨਾਂ ਦੀ ਲੱਗ ਜਾਣੀ ਹੈ ਨਾ। ਤੇ ਇਸ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਸੋ ਆਪ ਜੀ ਨੇ ਸਾਨੂੰ ਆਪਣੱਤ ਭਰਿਆ ਸੁਨੇਹਾ ਦਿੱਤਾ। ਇਹ ਆਪਣੱਤ ਹੁੰਦੀ ਆ ਆਪ ਦਾ ਸਮਝ ਕੇ। ਜਿਵੇਂ ਉਦੋਂ ਚਮਕੌਰ ਸਾਹਿਬ ਹੈੱਡ ਗ੍ਰੰਥੀ ਸਾਹਿਬਾਨ ਆਏ ਸੀ ਨਾ ਆਪਣੇ, ਮੈਂ ਉਹਨਾਂ ਨੇ ਵੀ ਆਪ ਜੀ ਵਾਂਗ ਮੈਨੂੰ ਕਿਹਾ, ਕਹਿੰਦੇ ਅਸੀਂ ਭੇਜ ਦਾਂਗੇ, ਪਿਆਰ ਦੀ ਖੇਡ ਆ ਇਹ। ਮੈਂ ਕਿਹਾ ਨਹੀਂ ਜੀ, ਆਪ ਜੀ ਕਿਰਪਾ ਕਰੋ, ਹੱਥ ਰੱਖੋ, ਆਸ਼ੀਰਵਾਦ ਦਿਓ, ਕਿਉਂਕਿ ਤੁਹਾਡਾ ਆਸ਼ੀਰਵਾਦ ਗੁਰੂ ਸਾਹਿਬ ਦੀ ਬਖਸ਼ੀਸ਼ ਦੇ ਨਾਲ ਮਿਲਦਾ ਹੈ। ਗੁਰਸਿੱਖਾਂ ਦੇ ਵਿੱਚ ਸਤਿਗੁਰ ਵਰਤਾ ਹੈ, ਗੁਰੂ ਸਿੱਧਾ ਨਹੀਂ ਵਰਤਦਾ, ਗੁਰਸਿੱਖਾਂ 'ਚ ਵਰਤਦਾ। ਗੁਰਸਿੱਖਾਂ ਦੇ ਰਾਹੀਂ ਉਹਨੇ ਆਸ਼ੀਰਵਾਦ ਦੇਣਾ, ਗੁਰਸਿੱਖਾਂ ਦੇ ਰਾਹੀਂ ਉਹਨੇ ਸਾਰੀ ਕਾਰਵਾਈ ਕਰਨੀ ਹੈ। ਗੁਰੂ ਸਿੱਧਾ ਨਹੀਂ ਵਰਤਦਾ ਹੁੰਦਾ। ਧੰਨ ਧੰਨ ਸ੍ਰੀ ਹਜ਼ੂਰ ਬਾਬਾ ਜੀ ਸਿਆੜ ਸਾਹਿਬ ਵਾਲੇ ਇੱਕ ਬਚਨ ਕਰਿਆ ਕਰਦੇ ਸੀ, ਕਹਿੰਦੇ ਕੋਈ ਉੱਠ ਕੇ ਮੈਨੂੰ ਦੱਸੋ ਵੀ ਜਿਹਦੇ ਭਾਖੜਾ ਡੈਮ ਤੋਂ ਸਿੱਧੀ ਬਿਜਲੀ ਘਰੇ ਆਉਂਦੀ ਸਾਰਿਆਂ ਦੇ ਭਾਖੜਾ ਡੈਮ ਤੋਂ ਪਹਿਲਾਂ ਗਰਿੱਡਾ ਰਾਹੀਂ ਆਊ,
फिर ट्रांसफार्मर रखे जाएंगे, फिर उतों मीटर उस तो बाद आऊगी। पहला बड़े बड़े ग्रिडां राਹੀਂ आउंदी कहते होर कोई जिमीदार उठ के सानू दसो भी तुहानू सारिਆਂ ਨੂੰ बई सीधा नहर चों पानी आउंदा हो नहीं, नहर तो सूया राਹੀਂ फिर वो जिहड़े रजवाहे बनाए हुंदे उन्हां राਹੀਂ पानी खालों के पै पै के आउंदा उत्थों ही आ। इस तरह अकाल पुरख वाहिगुरू की कृपा सिद्धी नहीं वरतदी, जदों भी वरतनियां गुरसिखां दे राਹੀਂ वरतनियां। तां ही महाराज ने कहा गुरसिखां की हर धूड़ दे, एवें ना डंग चक लिया करो बिना मतलब तो, कोई सिख नहीं। गुरसिखां की हर धूड़ दे हम पापी भी गत पाहे, एडी वड्डी अवस्था के मालक आप लिखते हैं भी गुरसिखां की धूड़ दे, असीं उन्हां दी असीं पापी अपराधी भी गत पा लीए। चरण साध के धोए धोए पियो, अर्प साध को अपना जियो। भाव गुरबाणी दिओ। सानू एक गुरमुख प्यारा मिलिया, वो कहता जी मैं ना मशिनरी कालज दे विच डिप्लोमा किया। मैं धन्नवाद। कहता पर मेरा इन्ना दिमाग खराब हो गया सी, बाबा बूटा जी कोल ही सीगे। कहता इड्डा दिमाग खराब होया बई कोई शांति नहीं हुंदा, लगा मात्रा च उलझा लिया। मैं कहा महाराज कहते आ बामण गुरु है जगत का भगतन का गुर नाही। कहने जिहड़े विद्वान है संसार दे तां हो सकदे आ पर भगतां दे गुरु नहीं बनते, क्योंकि ये लगा मात्रा चढ़ जाते हैं। इत्थे प्रेम है। सो आओ आनंद साहिब का जाप करके समाप्ति करिए। होइयां तमाम गुस्ताखियां माफ। सो संगत का धन्नवाद भाई दर्शन सिंह जी घोड़िया मित्र प्यारे ने साडे वो करनगे। सो हुण आनंद साहिब का जाप करके समाप्ति करिए। रामकली महला तीजा आनंद एक ओंकार सतगुर प्रसाद। आनंद पिया मेरी माई सतगुरु मैं पाया। राग रतन परवार परियां शब्द गावण आया। कहे नानक आनंद हुआ सतगुरु मैं पाया। हर नाल रहो तू मन मेरे दुख साध विसारणा अंगीकार। सबना गला समरथ स्वामी सो क्या मनो विसारे। साचे साहिबा क्या नहीं करते रहे। सदा सिवत सलाह तेरी नाम मन बसावे। कहे नानक सचे साहिब क्या नहीं करते रहे। साचा नाम मेरा आधार। कर सांत सुख मन आए वसया जन इच्छा सब पुजाइया। कहे नानक सुनो संतो शब्द करहो प्यारो। साचा नाम मेरा आधार वाजे। पंच दूत वस कीते काल कंटक मारिया। तुर करम पाया कहे नानक तै सुख हुआ बच कर अनहद वाजी। पार ब्रह्म प्रभ पाया उतरे सगल विसूरे। संत साजन पै सरसे पूरा गुरते जानी। मिनवंत नानक गुर चरण लागे वाजे अनहद पूरे सलोक। दिवस रात दो दाई दाया खेला सगल जागत। करमी आपो अपनी के नेड़ा चे दूर।
ਨਾਨਕ ਤੇ ਮੁਖ ਉਜਲਿਓ ਕੀਤੇ ਛੁਪੇ ਨਾਲ ਬੋਲੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।